रेडियो वॉइस ऑफ खालसा सुन रहे सारे श्रोतिਆਂ ਦਾ ਪ੍ਰੋਗਰਾਮ ਕਿਤਾਬ ਸੰਸਾਰ ਦੇ ਵਿੱਚ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ श्रोतिਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। श्रोतियो, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਕਿਤਾਬ ਪੜ੍ਹਦੇ ਹਾਂ ਤੇ ਜਿਹੜੀ ਕਿਤਾਬ ਅਸੀਂ ਪਿਛਲੇ ਦਿਨਾਂ ਤੋਂ ਕੰਟੀਨਿਊ ਪੜ੍ਹ ਰਹੇ ਹਾਂ ਉਹਦਾ ਨਾਮ ਹੈ ਜੀ ਸਿੱਖ ਰਾਜ ਕਿਵੇਂ ਬਣਿਆ। ਤੇ ਇਸ ਕਿਤਾਬ ਦੇ ਅਸੀਂ 184 ਪੰਨੇ ਪੜ੍ਹ ਚੁੱਕੇ ਹਾਂ। ਅੱਜ 185 ਨੰਬਰ ਪੰਨੇ ਤੋਂ ਇਸ ਨੂੰ ਅਸੀਂ ਸ਼ੁਰੂ ਕਰਾਂਗੇ। ਗਿਆਨੀ ਸੋਹਣ ਸਿੰਘ ਸੀਤਲ ਦੀ ਕਲਮ ਤੋਂ। ਅਬਦਾਲੀ ਦੇ ਜਾਣ ਦੀ ਦੇਰ ਸੀ ਜਾਂ ਸਿੰਘ ਫੇਰ ਅੰਮ੍ਰਿਤਸਰ ਇਕੱਠੇ ਆ ਹੋਏ। ਸਰਬਸੰਮਤੀ ਨਾਲ ਇੱਥੇ ਪੰਥ ਦੇ ਦੋ ਜਥੇ ਬਣਾਏ ਗਏ, ਬੁੱਢਾ ਦਲ ਤੇ ਤਰਨਾ ਦਲ। ਬੁੱਢੇ ਦਲ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਣਿਆ। ਇਸ ਵਿੱਚ 6 ਮਿਸਲਾਂ ਸ਼ਾਮਲ ਹੋਈਆਂ। ਆਹਲੂਵਾਲੀਆ ਦੀ, ਸਿੰਘਪੁਰੀਆਂ ਦੀ, ਡੱਲੇ ਵਾਲੀਆਂ ਦੀ, ਕਰੋੜਾ ਸਿੰਘੀਆਂ ਦੀ, ਨਿਸ਼ਾਨਾ ਵਾਲੀ ਤੇ ਸ਼ਹੀਦਾਂ ਦੀ। ਇਸ ਦਲ ਨੂੰ ਮੁਲਕ ਵਿੱਚ ਲੁੱਟਮਾਰ ਕਰਨ ਤੇ ਵੈਰੀਆਂ ਨੂੰ ਸਜ਼ਾ ਦੇਣ ਦਾ ਕੰਮ ਸੌਂਪਿਆ ਗਿਆ। ਤਰਨਾ ਦਲ ਦਾ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਬਣਿਆ। ਇਸ ਵਿੱਚ 5 ਮਿਸਲਾਂ ਸ਼ਾਮਲ ਸਨ। ਭੰਗੀਆਂ ਵਾਲੀ, ਰਾਮਗੜੀਆਂ ਦੀ, ਘਨਈਆਂ ਦੀ, ਸ਼ੁਕਰ ਚੱਕੀਆਂ ਦੀ ਤੇ ਨਕਈਆਂ ਦੀ। ਇਸ ਦਲ ਨੂੰ ਅੰਮ੍ਰਿਤਸਰ ਦੇ ਗੁਰਧਾਮਾਂ ਦੀ ਸੇਵਾ ਬਖਸ਼ੀ ਗਈ। ਬੁੱਢਾ ਦਲ ਲਾਹੌਰ ਉਦਾਲੇ ਚੱਕਰ ਲਾ ਰਿਹਾ ਸੀ ਜਾਂ ਦੁਰਾਨੀ ਫੌਜ ਦਾ ਇੱਕ ਦਸਤਾ ਉਹਨਾਂ ਦੇ ਕਾਬੂ ਆ ਗਿਆ। ਦੁਰਾਨੀਆਂ ਹਥਿਆਰ ਸੁੱਟ ਦਿੱਤੇ। ਸਿੰਘ ਉਹਨਾਂ ਨੂੰ ਫੜ ਕੇ ਅੰਮ੍ਰਿਤਸਰ ਲੈ ਆਏ ਤੇ ਸਰੋਵਰ ਵਿੱਚੋਂ ਗਾਰ ਕਢਾ ਕੇ ਛੱਡ ਦਿੱਤੇ। 10 ਅਪ੍ਰੈਲ 1763 ਈਸਵੀ ਨੂੰ ਵਿਸਾਖੀ ਉੱਤੇ ਤਰਨਾ ਦਲ ਦੇ ਸਿੰਘ ਅੰਮ੍ਰਿਤਸਰ ਇਕੱਠੇ ਹੋਏ। ਬੁੱਢਾ ਦਲ ਉਸ ਵੇਲੇ ਬਿਆਸ ਤੋਂ ਪਾਰ ਫਿਰ ਰਿਹਾ ਸੀ। ਕਸੂਰ ਦੇ ਪੰਡਤ ਨੇ ਅਕਾਲ ਤਖਤ ਆ ਕੇ ਫਰਿਆਦ ਕੀਤੀ ਕਿ ਉਸਮਾਨ ਖਾਂ ਕਸੂਰੀ ਨੇ ਮੇਰੀ ਪੰਡਤਾਣੀ ਖੋਹ ਲਈ ਹੈ। ਕਸੂਰ ਦੇ ਪਠਾਣਾਂ ਦੇ ਅਤਿਆਚਾਰ ਉਹਨੇ ਵਿਸਥਾਰ ਨਾਲ ਸਿੰਘਾਂ ਅੱਗੇ ਦੱਸੇ। ਕਸੂਰ ਵਿੱਚ ਪਠਾਣਾਂ ਦੇ 12 ਕਿਲੇ ਸਨ। ਪਠਾਣ ਬਾਜ਼ਾਰਾਂ ਵਿੱਚ ਗਾਈ ਮਾਰਦੇ ਤੇ ਖੂਹਾਂ ਤੇ ਤਲਾਵਾਂ ਵਿੱਚ ਹੱਡੀਆਂ ਸੁੱਟਦੇ। ਜੇ ਕਿਸੇ ਹਿੰਦੂ ਦੀ ਗਾਂ ਬਿਮਾਰ ਹੋ ਜਾਂਦੀ ਤਾਂ ਕਾਜ਼ੀ ਉਸ ਹਿੰਦੂ ਦੇ ਘਰ ਵਿੱਚ ਜਾ ਕੇ ਹਲਾਲ ਕਰਦਾ। ਜਿਹੜਾ ਹਿੰਦੂ ਆਪਣੇ ਮਰਦੇ ਪਸ਼ੂ ਦਾ ਪਤਾ ਨਾ ਦਿੰਦਾ ਉਸ ਨੂੰ ਸਜ਼ਾ ਦਿੱਤੀ ਜਾਂਦੀ। ਕਸੂਰ ਵਿੱਚ ਪਠਾਣਾਂ ਦੀ ਬੜੀ ਭਾਰੀ ਫੌਜੀ ਤਾਕਤ ਸੀ। ਸੋ ਬਹੁਤੇ ਸਿੱਖ ਸਰਦਾਰ ਕਸੂਰ ਉੱਤੇ ਹਮਲਾ ਕਰਨ ਦੇ ਹੱਕ ਵਿੱਚ ਨਹੀਂ ਸਨ, ਕਿਉਂਕਿ ਬੁੱਢਾ ਦਲ ਉਸ ਵੇਲੇ ਨਾਲ ਨਹੀਂ ਸੀ। ਪਰ ਹਰੀ ਸਿੰਘ ਭੰਗੀ ਨੇ ਕਿਹਾ ਕਿ ਗੁਰੂ ਮਹਾਰਾਜ ਨੇ ਪੰਥ ਸਾਜਿਆ ਹੀ ਦੁਖੀਆਂ ਦੀ ਮਦਦ ਵਾਸਤੇ ਹੈ। ਸੋ ਪੰਥ ਦੀ ਸ਼ਰਨ ਆਏ ਪੰਡਤ ਨੂੰ ਨਿਰਾਸ਼ ਨਹੀਂ ਮੋੜਿਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲੈ ਕੇ ਸਰਦਾਰ ਹਰੀ ਸਿੰਘ ਭੰਗੀ ਤਿਆਰ ਹੋ ਪਿਆ। ਉਸ ਦੇ ਮਗਰ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਆਪਣੀ ਮਿਸਲ ਸਣੇ ਲੱਗ ਤੁਰਿਆ। ਫਿਰ ਬਾਕੀ ਤਿੰਨੇ ਮਿਸਲਾਂ ਰਾਮਗੜੀਏ, ਘਨਈਏ ਤੇ ਨਕਈ ਵੀ ਸਾਥ ਹੋ ਗਈਆਂ। 5000 ਸਿਪਾਹੀ ਭੰਗੀ ਮਿਸਲ ਦੇ ਸਨ ਤੇ 10,000 ਬਾਕੀ ਚੌਹਾਂ ਮਿਸਲਾਂ ਦੇ। ਇਹ 15,000 ਸਿੰਘ ਅੰਮ੍ਰਿਤਸਰੋਂ ਤੁਰੇ, ਜੋ ਕਸੂਰ ਜਾਂਦਿਆਂ ਤੱਕ 24,000 ਹੋ ਗਏ। ਉਦੋਂ ਰੋਜ਼ਿਆਂ ਦੇ ਦਿਨ ਸਨ। ਸੋ ਸਿੰਘ ਦੁਪਹਿਰੇ ਖੁੱਲੇ ਬੂਹੀ ਕਸੂਰ ਵਿੱਚ ਜਾ ਵੜੇ। ਗਰਮੀ ਦੇ ਮਾਰੇ ਪਠਾਣ ਉਸ ਵੇਲੇ ਭੋਰਿਆਂ ਵਿੱਚ ਸੁੱਤੇ ਪਏ ਸਨ। ਦਰਵਾਜ਼ਿਆਂ ਉੱਤੇ ਆਪਣੀ ਫੌਜ ਖਿਲਾਰ ਕੇ ਸਿੰਘਾਂ ਸ਼ਹਿਰ ਵਿੱਚ ਕਤਲਾਮ ਸ਼ੁਰੂ ਕਰ ਦਿੱਤੀ। ਉਸਮਾਨ ਖਾਂ 500 ਸਿਪਾਹੀਆਂ ਸਣੇ ਕਤਲ ਕਰ ਦਿੱਤਾ ਗਿਆ। ਫਰਿਆਦੀ ਪੰਡਤ ਦੀ ਪੰਡਤਾਣੀ ਉਸ ਦੇ ਹਵਾਲੇ ਕੀਤੀ ਗਈ। ਗੁਲਾਮ ਮਹੀਉਦੀਨ ਖਾਂ ਲੜ ਕੇ ਕਤਲ ਹੋਇਆ। ਉਸ ਦਾ ਭਤੀਜਾ ਹਮੀਦ ਖਾਂ ਸਰਦਾਰ ਝੰਡਾ ਸਿੰਘ ਦੇ ਪੈਰੀਂ ਢਹਿ ਪਿਆ
ਤੇ 4 ਲੱਖ ਨਜ਼ਰਾਨਾ ਦੇ ਕੇ ਜਾਨ ਬਚਾ ਲਈ। ਪਠਾਣਾਂ ਦੇ ਹਾਰ ਜਾਣ ਤੇ ਸਿੰਘਾਂ ਨੇ ਸ਼ਹਿਰ ਵਿੱਚ ਲੁੱਟ ਮਚਾ ਦਿੱਤੀ। 3 ਦਿਨ ਸ਼ਹਿਰ ਲੁਟੀਂਦਾ ਰਿਹਾ। ਕਰੋੜਾਂ ਰੁਪਏ ਦਾ ਸੋਨਾ, ਚਾਂਦੀ, ਗਹਿਣੇ, ਹੀਰੇ, ਮੋਤੀ ਸਿੰਘਾਂ ਦੇ ਹੱਥ ਲੱਗਾ। ਕਸੂਰ ਦੀ ਲੁੱਟ ਨਾਲ ਸਿੰਘ ਮਾਲਾ ਮਾਲ ਹੋ ਗਏ। ਕਸੂਰ ਦਾ ਦਿਲੇ ਰਾਮ ਸ਼ਾਹਜਹਾਨ ਦੀ ਬੇਗਮ ਦਾ ਦੀਵਾਨ ਰਿਹਾ ਸੀ। ਉਸ ਨੇ ਕਰੋੜਾਂ ਰੁਪਏ ਤੇ ਬੇਗਮ ਦਾ ਗਹਿਣਾ ਕਸੂਰ ਵਿੱਚ ਦੱਬਿਆ ਹੋਇਆ ਸੀ। ਉਸ ਵੇਲੇ ਉਸ ਦਾ ਪੋਤਰਾ ਹਿਰਦੇ ਰਾਮ ਉੱਥੇ ਮਾਲਕ ਸੀ। ਉਸ ਦੀ ਹਵੇਲੀ ਨੂੰ ਮਾਲੀ ਸਿੰਘ ਨੇ ਘੇਰ ਲਿਆ ਤੇ ਹਿਰਦੇ ਰਾਮ ਨੂੰ ਫੜ ਲਿਆ। ਉਸ ਨੇ ਇਹ ਬਚਨ ਲੈ ਕੇ ਕਿ ਮਾਲੀ ਸਿੰਘ ਉਸ ਨੂੰ ਕਤਲ ਨਹੀਂ ਕਰੇਗਾ, ਪੌੜੀਆਂ ਹੇਠੋਂ ਇੱਕ ਸੰਦੂਕੜੀ ਕੱਢ ਕੇ ਦਿੱਤੀ, ਜਿਸ ਵਿੱਚ ਹੀਰੇ ਜਵਾਹਰ ਤੇ ਬੇਗਮ ਦੇ ਗਹਿਣੇ ਸਨ, ਜਿਨ੍ਹਾਂ ਦੀ ਕੀਮਤ 50 ਲੱਖ ਤੋਂ ਉੱਪਰ ਦੱਸਦੇ ਆ। ਰਾਮਗੜੀਏ ਤੇ ਕਨਈਏ ਇਕੱਠੇ ਰਹਿੰਦੇ ਸਨ ਤੇ ਲੁੱਟ ਦਾ ਮਾਲ ਅੱਧੋ ਅੱਧ ਕਰ ਲਿਆ ਕਰਦੇ ਸਨ। ਮਾਲੀ ਸਿੰਘ ਧਨ ਵੇਖ ਕੇ ਡੋਲ ਗਿਆ। ਉਹ ਇਕੱਲਾ ਹੀ ਸੰਦੂਕੜੀ ਆਪਣੇ ਡੇਰੇ ਲੈ ਗਿਆ। ਕਨਈਆ ਨੂੰ ਪਤਾ ਲੱਗਾ ਤਾਂ ਉਹਨਾਂ ਉਸ ਧਨ ਵਿੱਚੋਂ ਹਿੱਸਾ ਮੰਗਿਆ। ਮਾਲੀ ਸਿੰਘ ਹਿੱਸਾ ਦੇਣ ਵਾਸਤੇ ਤਿਆਰ ਨਾ ਹੋਇਆ ਤਾਂ ਕਨਈਏ ਲੜਨ ਵਾਸਤੇ ਤਿਆਰ ਹੋ ਗਏ। ਮਾਲੀ ਸਿੰਘ ਨੇ ਹਿਰਦੇ ਰਾਮ ਨਾਲ ਵਿਤਰੋਹ ਕੀਤਾ ਤੇ ਉਸ ਨੂੰ ਇਸ ਡਰ ਵਜੋਂ ਮਾਰ ਦਿੱਤਾ ਕਿ ਉਹ ਸੰਦੂਕੜੀ ਬਾਰੇ ਕਿਸੇ ਨੂੰ ਦੱਸ ਨਾ ਦੇਵੇ। ਬਾਕੀ ਸਰਦਾਰਾਂ, ਖਾਸ ਕਰ ਚੜ੍ਹਤ ਸਿੰਘ ਨੇ ਵਿੱਚ ਪੈ ਕੇ ਸੁਲ੍ਹਾ ਕਰਾ ਦਿੱਤੀ ਤੇ ਕੁਝ ਹਿੱਸਾ ਕਨਈਆਂ ਨੂੰ ਦਵਾ ਦਿੱਤਾ। ਮਾਲੀ ਸਿੰਘ ਦੇ ਮਰਨ ਪਿੱਛੋਂ ਉਹ ਧਨ ਕਿਸੇ ਢੰਗ ਨਾਲ ਸਰਦਾਰ ਚੜ੍ਹਤ ਸਿੰਘ ਦੇ ਕਾਬੂ ਆ ਗਿਆ। ਕਸੂਰ ਲੁੱਟ ਕੇ ਸਿੰਘ ਫਤਿਹ ਦੇ ਵਾਜੇ ਵਜਾਉਂਦੇ ਅੰਮ੍ਰਿਤਸਰ ਆ ਪਹੁੰਚੇ। ਬੁੱਢੇ ਦਲ ਦੀਆਂ 6 ਮਿਸਲਾਂ ਦੁਆਬਾ ਜਲੰਧਰ ਉੱਤੇ ਜਾ ਪਈਆਂ। ਜਲੰਧਰ ਦਾ ਫੌਜਦਾਰ ਸਿਆਦਤਾਰ ਖਾਂ ਸਿੰਘਾਂ ਤੋਂ ਡਰਦਾ ਸ਼ਹਿਰੋਂ ਬਾਹਰ ਨਹੀਂ ਸੀ ਨਿਕਲਦਾ। ਸਾਰਾ ਇਲਾਕਾ ਸਿੱਖ ਸਰਦਾਰਾਂ ਨੇ ਮੱਲ ਲਿਆ। ਆਕੀਆਂ ਨੂੰ ਚੰਗੀ ਤਰ੍ਹਾਂ ਨੁਹਾਇਆ ਤੇ ਵਿਰੋਧੀਆਂ ਤੋਂ ਬਦਲੇ ਲਏ। ਜੂਨ ਤੋਂ ਸਤੰਬਰ ਤੱਕ ਬੁੱਢਾ ਦਲ ਇੱਥੇ ਹੀ ਰਿਹਾ। ਦੀਨਾ ਨਗਰ ਦਾ ਮਾਲਕ ਉਦੋਂ ਅਦੀਨਾ ਬੇਗ ਦਾ ਪੁੱਤਰ ਜਾਫਰ ਬੇਗ ਸੀ। ਸਿੰਘਾਂ ਦੀ ਚੜ੍ਹਦੀ ਕਲਾ ਵੇਖ ਕੇ ਉਸ ਨੂੰ ਫਿਕਰ ਪੈ ਗਿਆ ਤੇ ਉਹ ਲੜਾਈ ਦੀ ਤਿਆਰੀ ਕਰਨ ਲੱਗਾ। ਉਸ ਨੇ ਆਪਣੀ ਮਦਦ ਵਾਸਤੇ ਪਸਰੂਰ ਦੇ ਖਾਨ ਮੁਹੰਮਦ ਤੇ ਕਲਾਨੌਰ ਦੇ ਨੂਰਦੀਨ ਨੂੰ ਬੁਲਾ ਲਿਆ। ਉਸ ਦਾ ਵੱਡਾ ਸਲਾਹਕਾਰ ਉਸ ਦਾ ਦੀਵਾਨ ਸ਼ਿਵ ਦਿਆਲ ਪੁਰਾਣੇ ਦੀਵਾਨ ਬਿਸ਼ੰਬਰ ਦਾਸ ਦਾ ਪੁੱਤਰ ਸੀ। ਉਹਨਾਂ ਦੀ ਖਬਰ ਅੰਮ੍ਰਿਤਸਰ ਪੁੱਜੀ ਤਾਂ ਤਰਨਾ ਦਲ ਤਿਆਰ ਹੋ ਪਿਆ। ਸਾਵਣ ਦੇ ਮਹੀਨੇ ਦੋਹਾਂ ਦਲਾਂ ਦਾ ਬਟਾਲੇ ਕੋਲ ਟਾਕਰਾ ਹੋ ਗਿਆ। ਬੜੀ ਲਹੂ ਡੋਲਵੀਂ ਲੜਾਈ ਹੋਈ। ਸਰਦਾਰ ਚੜ੍ਹਤ ਸਿੰਘ ਹੱਥੋਂ ਨੂਰਦੀਨ ਤੇ ਸਰਦਾਰ ਪਹਾੜਾ ਸਿੰਘ ਦੇ ਹੱਥੋਂ ਦੀਵਾਨ ਸ਼ਿਵ ਦਿਆਲ ਕਤਲ ਹੋ ਗਏ। ਖਾਨ ਮੁਹੰਮਦ ਵੀ ਇਸੇ ਲੜਾਈ ਵਿੱਚ ਮਰਿਆ ਗਿਆ। ਜਾਫਰ ਬੇਗ ਲੜਾਈ ਵਿੱਚ ਹਾਰ ਕੇ ਤੇ ਜਾਨ ਬਚਾ ਕੇ ਨੱਸ ਗਿਆ। ਸਿੰਘਾਂ ਨੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। 4 ਨਵੰਬਰ 1763 ਈਸਵੀ ਨੂੰ ਦੀਵਾਲੀ ਸੀ। ਦੋਵੇਂ ਦਲ ਅੰਮ੍ਰਿਤਸਰ ਇਕੱਠੇ ਆ ਹੋਏ। ਸਰੋਵਰ ਸਾਫ਼ ਹੋ ਚੁੱਕਾ ਸੀ ਤੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਰੱਖਣ ਦੀਆਂ ਸਲਾਹਾਂ ਹੋ ਰਹੀਆਂ ਸਨ। ਕਈਆਂ ਸਰਦਾਰਾਂ ਦੀ ਸਲਾਹ ਸੀ ਕਿ ਅਬਦਾਲੀ ਦਾ ਇੱਕ ਹਮਲਾ ਹੋਰ ਵੇਖ ਕੇ ਹੀ ਹਰਿਮੰਦਰ ਸਾਹਿਬ ਬਣਾਇਆ ਜਾਵੇ, ਪਰ ਬਾਕੀ ਸਰਦਾਰਾਂ ਨੇ ਸਲਾਹ ਦਿੱਤੀ ਕਿ ਕੰਮ ਆਰੰਭ ਦੇਣਾ ਚਾਹੀਦਾ ਹੈ। ਸਰੋਵਰ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ, ਪਰ ਹਰਿਮੰਦਰ ਸਾਹਿਬ ਨੂੰ ਨੀਹਾਂ ਤੱਕ ਅਬਦਾਲੀ ਨੇ ਹੀ ਇਸ ਵਾਰ ਢਾਇਆ ਸੀ। ਸਾਰੇ ਪੰਥ ਨੇ ਅਰਦਾਸਾ ਕਰਕੇ ਕੱਤਕ ਸੁਦੀ 13 ਨੂੰ ਹਰਿਮੰਦਰ ਸਾਹਿਬ ਦੀ ਨੀਂਹ ਧਰੀ। ਨਵਾਬ ਕਪੂਰ ਸਿੰਘ ਨੇ ਇੱਟ ਰੱਖੀ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਚੂਨਾ ਪਾਇਆ। ਸਾਰੇ ਸਰਦਾਰਾਂ ਨੇ ਹਰਿਮੰਦਰ ਸਾਹਿਬ ਵਾਸਤੇ ਯਥਾ ਸ਼ਕਤ ਭੇਟਾ ਚੜਾਈ। ਐਨ ਇਸ ਵੇਲੇ ਖਬਰ ਮਿਲੀ ਕਿ ਦੁਰਾਨੀ ਜਰਨੈਲ ਜਹਾਨ ਖਾਂ ਸਣੇ ਫੌਜ ਅਟਕ ਟੱਪ ਪਿਆ ਹੈ।
ਹਰਿਮੰਦਰ ਸਾਹਿਬ ਦੇ ਉਸਾਰਨ ਦੀ ਸੇਵਾ ਭਾਈ ਦੇਸ ਰਾਜ ਸੁਰ ਸਿੰਘ ਵਾਲੇ ਨੂੰ ਸੌਂਪ ਕੇ ਸਿੰਘ ਦੁਰਾਨੀ ਦੇ ਟਾਕਰੇ ਵਾਸਤੇ ਉਸ ਪਾਸੇ ਹੋ ਤੁਰੇ। ਬਿਨਾਂ ਟਾਕਰੇ ਜਹਾਨ ਖਾਂ ਵਜ਼ੀਰਾਬਾਦ ਆ ਪੁੱਜਾ। ਇੰਨੇ ਚਿਰ ਨੂੰ ਸਿੰਘ ਵੀ ਜਾ ਪਹੁੰਚੇ। ਉਹਨਾਂ ਚਫੇਰਿਓਂ ਹੀ ਦੁਰਾਨੀ ਉੱਤੇ ਹਮਲਾ ਕੀਤਾ। ਇਸ ਲੜਾਈ ਵਿੱਚ ਜਹਾਨ ਖਾਂ ਹਿੱਕ ਡਾਹ ਕੇ ਖਲੋ ਨਾ ਸਕਿਆ। ਉਹ ਆਪਣੀ ਫੌਜ ਦਾ ਚੋਖਾ ਨੁਕਸਾਨ ਕਰਾ ਕੇ ਪੂਰੀ ਤਰ੍ਹਾਂ ਹਾਰ ਕੇ ਕਾਬਲ ਨੂੰ ਨੱਸ ਗਿਆ। ਸਿੰਘ ਫਤਿਹ ਦੇ ਜਕਾਰੇ ਛੱਡਦੇ ਅੰਮ੍ਰਿਤਸਰ ਆ ਪੁੱਜੇ। ਇਹ ਘਟਨਾ ਨਵੰਬਰ 1763 ਈਸਵੀ ਦੇ ਅਖੀਰ ਵਿੱਚ ਹੋਈ। ਅੰਮ੍ਰਿਤਸਰ ਸਿੰਘਾਂ ਨੇ ਗੁਰਮਤਾ ਕੀਤਾ ਕਿ ਸੂਬਾ ਸਰਹੰਦ ਨੂੰ ਸੋਧਿਆ ਜਾਵੇ। ਇਸ ਹਮਲੇ ਵਿੱਚ 12 ਮਿਸਲਾਂ ਹੀ ਸ਼ਾਮਲ ਸਨ। ਸਾਰੇ ਦਲ ਦਾ ਲੀਡਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ। ਦਸੰਬਰ 1763 ਈਸਵੀ ਵਿੱਚ ਖਾਲਸੇ ਨੇ ਮਲੇਰਕੋਟਲੇ ਨੂੰ ਘੇਰਾ ਪਾ ਲਿਆ। ਨਵਾਬ ਭੀਖਣ ਖਾਂ ਬਾਹਰ ਆ ਕੇ ਲੜਿਆ ਤੇ ਛਾਤੀ ਵਿੱਚ ਗੋਲੀ ਖਾ ਕੇ ਮਰ ਗਿਆ। ਸਿੰਘਾਂ ਨੇ ਮਲੇਰਕੋਟਲਾ ਲੁੱਟ ਲਿਆ ਤੇ ਤਬਾਹ ਕਰ ਦਿੱਤਾ। ਇੱਥੋਂ ਚੱਲ ਕੇ ਸਿੰਘ ਖੇੜੀ ਉੱਤੇ ਜਾ ਪਏ। ਇਸੇ ਪਿੰਡ ਦੇ ਗੰਗੂ ਬ੍ਰਾਹਮਣ ਨੇ ਦਸ਼ਮੇਸ਼ ਜੀ ਦੇ ਛੋਟੇ ਸਾਹਿਬਜ਼ਾਦੇ ਫੜਾਏ ਸਨ। ਕੀਤੇ ਦਾ ਫਲ ਭੁਗਤਦਾ ਹੋਇਆ ਪਾਪੀ ਗੰਗੂ ਤਾਂ ਉਸੇ ਵੇਲੇ ਮੁਸਲਮਾਨ ਹਾਕਮਾਂ ਹੱਥੋਂ ਹੀ ਮਾਰਿਆ ਗਿਆ ਸੀ। ਉਹਦੇ ਪਰਿਵਾਰ ਦੇ ਬਹੁਤ ਸਾਰੇ ਬੰਦੇ ਇਸ ਹਮਲੇ ਵਿੱਚ ਸਿੰਘਾਂ ਹੱਥੋਂ ਮਾਰੇ ਗਏ। ਉਹਦਾ ਪਿੰਡ ਵੀ ਸਿੰਘਾਂ ਨੇ ਲੁੱਟ ਲਿਆ। ਜਨਵਰੀ 1764 ਈਸਵੀ ਵਿੱਚ ਸਿੰਘਾਂ ਨੇ ਮੁਰੰਡੇ ਨੂੰ ਜਾ ਘੇਰਾ ਪਾਇਆ। ਉਹ ਜਾਨੀ ਖਾਂ ਮਾਨੀ ਖਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ। ਰੰਗੜਾ ਨੇ ਸ਼ਹਿਰ ਦੇ ਬੂਹੇ ਬੰਦ ਕਰ ਲਏ ਤੇ ਅੰਦਰ ਆਕੀ ਹੋ ਬੈਠੇ। ਸਿੰਘਾਂ ਨੇ ਉਦਾਲੇ ਦਾ ਇਲਾਕਾ ਲੁੱਟ ਲਿਆ। ਫੇਰ ਸ਼ਹਿਰ ਉੱਤੇ ਧਾਵਾ ਕਰਕੇ ਬੂਹਾ ਤੋੜ ਕੇ ਅੰਦਰ ਜਾ ਵੜੇ। ਸਾਰੇ ਸ਼ਹਿਰ ਵਿੱਚ ਕਤਲਾਮ ਸ਼ੁਰੂ ਹੋ ਗਈ। ਇਸਤਰੀਆਂ ਤੇ ਬੱਚੇ ਛੱਡ ਕੇ ਬਾਕੀ ਜਿਹੜਾ ਬੰਦਾ ਨਜ਼ਰ ਆਉਂਦਾ ਕਤਲ ਕੀਤਾ ਜਾਂਦਾ। ਜਾਨੀ ਖਾਂ ਮਾਨੀ ਖਾਂ ਸਣੇ ਪਰਿਵਾਰ ਮਾਰੇ ਗਏ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਗਿਆ। ਸਾਰਾ ਸ਼ਹਿਰ ਲੁੱਟ ਲਿਆ ਗਿਆ। ਸਿੰਘਾਂ ਨੂੰ ਪਤਾ ਲੱਗਾ ਕਿ ਜੈਨ ਖਾਂ ਦਾ ਦੀਵਾਨ ਲక్ష్ਮੀ ਨਾਰਾਇਣ ਮਾਮਲਾ ਉਗਰਾ ਰਿਹਾ ਹੈ ਤੇ ਇਸ ਵੇਲੇ ਪਿੰਡ ਕੁਰਾਲੀ ਬੈਠਾ ਹੈ। ਸਿੰਘਾਂ ਨੇ ਹਮਲਾ ਕਰਕੇ ਪਿੰਡ ਲੁੱਟ ਲਿਆ। ਦੀਵਾਨ ਜਾਨ ਬਚਾ ਕੇ ਨੱਸ ਗਿਆ। ਉਹਦਾ ਡੇਰਾ ਸਿੰਘਾਂ ਨੇ ਲੁੱਟ ਲਿਆ। ਜੈਨ ਖਾਂ ਸਰਹੰਦੀ ਸੀ, ਪਰ ਉਹ ਡਰਦਾ ਸ਼ਹਿਰੋਂ ਬਾਹਰ ਨਹੀਂ ਸੀ ਨਿਕਲਦਾ। ਸਿੱਖਾਂ ਨੇ ਸਾਰਾ ਇਲਾਕਾ ਲੁੱਟ ਲਿਆ। ਜੈਨ ਖਾਂ ਸਮਝ ਰਿਹਾ ਸੀ ਕਿ ਸਿੱਖਾਂ ਦੇ ਟਾਕਰੇ ਦੀ ਉਸ ਵਿੱਚ ਸਮਰੱਥਾ ਨਹੀਂ ਹੈ। ਉਸਨੇ ਆਪਣਾ ਦੂਤ ਸਰਦਾਰ ਆਲਾ ਸਿੰਘ ਕੋਲ ਭੇਜਿਆ ਕਿ ਸਿੱਖ ਸੁਲ੍ਹਾ ਕਰ ਲੈਣ ਤੇ ਜਾਗੀਰਾਂ ਲੈ ਲੈਣ। ਸਰਦਾਰ ਆਲਾ ਸਿੰਘ ਨੇ ਨਾਨੂ ਸਿੰਘ ਗਰੇਵਾਲ ਨੂੰ ਦਲ ਖਾਲਸਾ ਦੇ ਸਰਦਾਰਾਂ ਕੋਲ ਭੇਜਿਆ। ਸਿੱਖ ਸਰਦਾਰਾਂ ਨੇ ਇਹ ਸਲਾਹ ਨਾ ਮੰਨੀ। ਉਹਨਾਂ ਕਿਹਾ ਕਿ ਗੁਰੂ ਮਹਾਰਾਜ ਨੇ ਸਾਨੂੰ ਬਾਦਸ਼ਾਹੀ ਬਖਸ਼ੀ ਹੈ ਤੇ ਅਸੀਂ ਤੁਰਕਾਂ ਕੋਲੋਂ ਜਗੀਰਾਂ ਲੈ ਕੇ ਅਧੀਨਗੀ ਮੰਨ ਲਈਏ। ਸੋ ਸਿੰਘਾਂ ਨੇ ਰਾਜ ਕਰੇਗਾ ਖਾਲਸਾ ਦੇ ਨਾਅਰੇ ਲਾ ਕੇ ਸਰਹੰਦ ਉੱਤੇ ਚੜ੍ਹਾਈ ਕਰ ਦਿੱਤੀ। ਸਿੰਘ ਤਿੰਨਾਂ ਪਾਸਿਆਂ ਤੋਂ ਸਰਹੰਦ ਵੱਲ ਵਧੇ। ਬੁੱਢਾ ਦਲ ਭਾਗਣਪੁਰ ਜਾ ਬੈਠਾ। ਤਰਨਾ ਦਲ ਨਨਹੇੜੇ ਪਿੰਡ ਡੇਰਾ ਲਾਈ ਬੈਠਾ ਸੀ ਤੇ ਮਿਸਲ ਫੂਲਕੀਆ ਪਟਿਆਲੇ। ਖਾਲਸਾ ਫੌਜਾਂ ਦੀ ਗਿਣਤੀ 30,000 ਅਸਵਾਰ ਤੇ 20,000 ਪੈਦਲ ਸੀ। ਤਰਨਾ ਦਲ ਅੱਗੇ ਵੱਧ ਕੇ ਸਰਹੰਦ ਤੋਂ 7 ਮੀਲ ਦੂਰ ਪੀਰ ਜੈਨ ਖਾਂ ਮਨਿਆਰਾ ਕੋਲ ਆ ਬੈਠਾ। 14 ਜਨਵਰੀ 1764 ਈਸਵੀ ਨੂੰ ਜੈਨ ਖਾਂ ਨੇ ਸਰਹੰਦੋਂ ਸ਼ਹਿਰੋਂ ਬਾਹਰ ਨਿਕਲ ਕੇ ਤਰਨਾ ਦਲ ਉੱਤੇ ਹਮਲਾ ਕੀਤਾ। ਇਸੇ ਦਿਨ ਸਿੱਖਾਂ ਦੇ ਤਿੰਨਾਂ ਦਲਾਂ ਨੇ ਸਰਹੰਦ ਉੱਤੇ ਹਮਲਾ ਕਰਨ ਦਾ ਮਤਾ ਪਕਾਇਆ ਹੋਇਆ ਸੀ। ਸੋ ਉਹ ਪਹਿਲਾਂ ਹੀ ਤਿਆਰ ਬੈਠੇ ਸਨ। ਤਰਨਾ ਦਲ ਉੱਤੇ ਹਮਲੇ ਦੀ ਖਬਰ ਸੁਣ ਕੇ ਬੁੱਢਾ ਦਲ ਤੇ ਫੂਲਕੇ ਵੀ ਆ ਪਏ। ਜੈਨ ਖਾਂ ਸਿੰਘਾਂ ਦੇ ਘੇਰੇ ਵਿੱਚ ਆ ਗਿਆ। ਉਹ ਸਰਹੰਦ ਵੱਲ ਵਧਣ ਨੂੰ ਜ਼ੋਰ ਲਾਉਣ ਲੱਗਾ। ਤਰਨਾ ਦਲ ਨੇ ਹੱਲਾ ਕਰਕੇ ਜੈਨ ਖਾਂ ਦਾ ਡੇਰਾ ਲੁੱਟ ਲਿਆ। ਬੁੱਢਾ ਦਲ ਨੇ ਸਰਹੰਦ ਵੱਲੋਂ ਰਾਹ ਰੋਕ ਲਿਆ।
ਦੁਰਾਨੀਆਂ ਦੇ ਨੱਸਣ ਨੂੰ ਕੋਈ ਵੀ ਰਾਹ ਨਾ ਰਹਿ ਗਿਆ। ਥੋੜਾ ਸਮਾਂ ਘੋਰ ਯੁੱਧ ਹੋਇਆ। ਅੰਤ ਸਰਦਾਰ ਜੱਸਾ ਸਿੰਘ ਆਲੂ ਦੀ ਗੋਲੀ ਨਾਲ ਜੈਨ ਖਾਂ ਮਾਰਿਆ ਗਿਆ। ਭਾਈ ਮਨੀ ਸਿੰਘ ਜੀ ਦੇ ਭਤੀਜੇ ਥਰਾਜ ਸਿੰਘ ਨੇ ਜੈਨ ਖਾਂ ਦਾ ਸਿਰ ਵੱਢ ਕੇ ਨਵਾਬ ਕਪੂਰ ਸਿੰਘ ਅੱਗੇ ਜਾ ਧਰਿਆ। ਸੈਦ ਖਾਂ ਤੇ ਯਾਰ ਮੁਹੰਮਦ ਖਾਂ ਵੀ ਮਾਰੇ ਗਏ। ਦੁਰਾਨੀ ਫੌਜ ਹਥਿਆਰ ਸੁੱਟ ਕੇ ਜਿੱਧਰ ਮੂੰਹ ਹੋਇਆ ਨੱਸ ਉੱਠੀ। ਬਹੁਤੀ ਫੌਜ ਇਸ ਲੜਾਈ ਵਿੱਚ ਤਬਾਹ ਹੋ ਗਈ। ਜੇਤੂ ਸਿੱਖ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਦੇ ਸਰਹੰਦ ਜਾ ਵੜੇ। ਸਾਰਾ ਸ਼ਹਿਰ ਲੁੱਟਿਆ ਤੇ ਸਾੜਿਆ ਗਿਆ। ਇਸਤਰੀਆਂ ਤੇ ਬੱਚੇ ਛੱਡ ਕੇ ਬਾਕੀ ਸਭ ਕਤਲ ਕੀਤੇ ਗਏ। ਘਰਾਂ ਦੇ ਫਰਸ਼ ਪੁੱਟੇ ਤੇ ਛੱਤਾਂ ਸਭ ਢਾਈਆਂ ਗਈਆਂ। ਵਸਦਾ ਸ਼ਹਿਰ ਖੋਲਿਆਂ ਵਿੱਚ ਬਦਲ ਗਿਆ। ਸਰਹੰਦ ਦਾ ਕਿਲਾ ਢਾਹ ਕੇ ਉੱਪਰ ਗਧਿਆਂ ਦਾ ਹਲ ਚਲਾਇਆ ਗਿਆ। ਬੁੱਢਿਆਂ ਆਦਮੀਆਂ ਤੋਂ ਪੁੱਛ ਕੇ ਜਿਸ ਤਾਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ ਉੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਬਣਾਇਆ ਗਿਆ ਤੇ ਗ੍ਰੰਥੀ ਥਾਪਿਆ ਗਿਆ। ਦਲ ਖਾਲਸੇ ਨੇ ਕਿਲਾ ਸਰਹੰਦ ਸਰਦਾਰ ਬੁੱਢਾ ਸਿੰਘ ਭਾਈਕੇ ਨੂੰ ਦਿੱਤਾ ਤੇ ਉਸਨੇ 20,000 ਲੈ ਕੇ ਸਰਦਾਰ ਆਲਾ ਸਿੰਘ ਨੂੰ ਦੇ ਦਿੱਤਾ। ਸਰਹੰਦ ਦਾ ਤੋਪਖਾਨਾ ਪਟਿਆਲੀਏ ਦੇ ਕਾਬੂ ਆ ਗਿਆ। ਸੂਬਾ ਸਰਹੰਦ 52 ਲੱਖ ਦਾ ਇਲਾਕਾ ਸਿੰਘਾਂ ਦੇ ਕਬਜ਼ੇ ਆ ਗਿਆ। ਇਹ ਸੂਬਾ 220 ਮੀਲ ਲੰਮਾ ਤੇ 160 ਮੀਲ ਚੌੜਾ ਸੀ। ਇਸ ਦੀ ਹੱਦ ਚੜ੍ਹਦੇ ਪਾਸੇ ਦਰਿਆ ਜਮਨਾ, ਪਹਾੜ ਦੀ ਬਾਹੀ ਦਰਿਆ ਸਤਲੁਜ, ਲਹਿੰਦੇ ਪਾਸੇ ਰਿਆਸਤ ਬਹਾਵਲਪੁਰ ਤੇ ਦੱਖਣੀ ਪਾਸੇ ਹਰਿਆਣਾ ਤੇ ਰੋਹਤਕ ਨਾਲ ਲੱਗਦੀ ਸੀ। 8 ਮਿਸਲਾਂ ਦੇ ਸਰਦਾਰਾਂ ਨੇ ਸਾਰਾ ਇਲਾਕਾ ਆਪਸ ਵਿੱਚ ਵੰਡ ਲਿਆ। ਸਿੱਖਾਂ ਦਾ ਕਬਜ਼ਾ ਕਰਨ ਦਾ ਢੰਗ ਬੜਾ ਅਨੋਖਾ ਸੀ। ਜਿਸ ਪਿੰਡ ਵਿੱਚ ਕੋਈ ਸਿੰਘ ਜਾਂਦਾ ਉੱਥੋਂ ਦੇ ਚੌਧਰੀ ਨੂੰ ਆਪਣੀ ਕੋਈ ਨਿਸ਼ਾਨੀ, ਢਾਲ, ਮਿਆਨ, ਵਰਸ਼ਾ ਜਾਂ ਕੋਈ ਤਨ ਦਾ ਲੀੜਾ ਦੇ ਕੇ ਉਹ ਅਗਲੇ ਪਿੰਡ ਚਲਾ ਜਾਂਦਾ। ਉੱਥੇ ਕੋਈ ਨਿਸ਼ਾਨੀ ਛੱਡ ਕੇ ਉਹ ਅਗਲਾ ਪਿੰਡ ਜਾ ਮਲਦਾ। ਕਿਸੇ ਪਿੰਡ ਢਾਲ, ਕਿਸੇ ਪਿੰਡ ਮਿਆਨ, ਕਿਸੇ ਪਿੰਡ ਭੂਰਾ, ਕਿਤੇ ਪਟਕਾ, ਕਿਤੇ ਘੋੜੇ ਦੀ ਕਾਠੀ ਤੇ ਕਿਤੇ ਰਕਾਬਾਂ ਨਿਸ਼ਾਨੀ ਵਜੋਂ ਛੱਡੀਆਂ ਗਈਆਂ। ਇੱਥੋਂ ਤੱਕ ਕਿ ਅਸਵਾਰ ਤੇ ਘੋੜਾ ਸਰੀਰੋਂ ਨੰਗੇ ਹੀ ਰਹਿ ਗਏ। ਜਿਸ ਪਿੰਡ ਉੱਤੇ ਇੱਕ ਸਿੱਖ ਕਬਜ਼ਾ ਕਰ ਲੈਂਦਾ, ਦੂਜਾ ਉਸ ਉੱਤੇ ਆਪਣਾ ਹੱਕ ਨਾ ਜਮਾਉਂਦਾ। ਇਸੇ ਇਲਾਕੇ ਵਿੱਚ ਪਹਿਲਾਂ ਬਾਬਾ ਬੰਦਾ ਸਿੰਘ ਨੇ ਸਿੱਖ ਰਾਜ ਕਾਇਮ ਕੀਤਾ ਸੀ ਤੇ ਇਸੇ ਇਲਾਕੇ ਵਿੱਚ ਸਿੱਖ ਮਿਸਲਾਂ ਨੇ, ਛੋਟੇ ਵੱਡੇ ਸਰਦਾਰਾਂ ਨੇ ਸਾਰੇ ਪਿੰਡ ਆਪਸ ਵਿੱਚ ਵੰਡ ਲਏ। ਹੇਠ ਲਿਖੇ ਇਲਾਕੇ ਵੱਖੋ ਵੱਖ ਮਿਸਲਾਂ ਨੇ ਮੱਲ ਲਏ। ਭੰਗੀ ਮਿਸਲ, ਬੂੜੀਆਂ, ਦਿਆਲਗੜ੍ਹ, ਜਗਾਦਰੀ, ਦਾਦੂਪੁਰ, ਖਰਵਾਨ, ਦਾਮਲਾ, ਫਿਰੋਜ਼ਪੁਰ, ਖਾਈ, ਵਾਂ, ਵਜੀਦਪੁਰ ਆਦਿ। ਕਰੋੜਾਂ ਸਿੰਘੀਆਂ ਦੀ ਮਿਸਲ, ਸ਼ਾਮ ਸਿੰਘ ਵਾਲਾ, ਧੀਨ, ਗਧੌਲੀ, ਨਾਗਲਾ, ਲਾਲਪੁਰ, ਮੁਸੀਮਵਾਲ, ਕਬੂਤਰਖਾਨਾ, ਬਲਚੂਪੁਰ, ਤਲਾਕੌਰ, ਬਸੂੜ, ਕਲਾਵਾਰ, ਕਲਸੀਆਂ, ਲੀਦਾ, ਸਢੌਰਾ, ਬਿਲਾਸਪੁਰ, ਕੋਟਰੂ, ਮਸ਼ਰੌਲੀ, ਮਾਈ ਰਾਜਾਂ, ਸੈਦੋ, ਖਤਰਾਨੀ, ਰਾਜਕੌਰ, ਧਨੌੜਾ, ਰਾੜੌਰ, ਜੈਨਪੁਰ, ਭੇੜੀ, ਸ਼ਸ਼ਰੌਲੀ, ਚੜਿੱਕ, ਕੋਟ, ਕਿਨੌੜੀ, ਜਮੀਤਗੜ੍ਹ, ਛਲੌਦੀ ਆਦਿ। ਮਿਸਲ ਸ਼ਹੀਦਾਂ, ਸ਼ਾਹਜ਼ਾਦਪੁਰ, ਕੇਸਰੀ, ਮਾਜਰਾ, ਟਿੱਪਲਾ, ਸੁਬਕਾ, ਮਾਜਰੂ, ਤੰਗੌੜ, ਤਰਾਵੜੀ, ਜਡੌਲੀ, ਰਣੀਆਂ, ਦਮਦਮਾ ਸਾਹਿਬ ਆਦਿ। ਮਿਸਲ ਡੱਲੇ ਵਾਲੀਆਂ, ਢੋਆ, ਸਾਰਨ, ਮੁਸਤਫਾਬਾਦ, ਬਿਜਰਾਲ, ਚਾਪੁਰ, ਧੁਮਸੀ, ਗੜੀ, ਜਮਾਰਾਈਆਂ, ਹੈਬਤਪੁਰ, ਖੇੜਾ, ਚੁੰਨੀਆਂ, ਲਾਡਵਾ, ਇੰਦਰੀ, ਸ਼ਾਮਗੜ੍ਹ, ਪਹੋਆ, ਕਹੋਦ, ਸਿਕੰਦਰਾ, ਸਿਕਰੀ, ਥਾਨੇਸਰ, ਸਿਆਲਬਾ, ਖੰਨਾ,
ਧਰਮ ਸਿੰਘ ਵਾਲਾ, ਧਰਮਕੋਟ, ਮਾੜੀ, ਕੰਗ, ਤਿਹਾੜਾ, ਲੋਹੀਆਂ, ਰੋਪੜ, ਅਵਾਨਕੋਟ, ਸੀਸਵਾਲ, ਕੁਰਾਲੀ, ਖਿਜ਼ਰਾਬਾਦ, ਡੇਰਾ, ਟੁੰਡਵਾਲਾ, ਆਰਨੌਲੀ, ਸਿੱਧੂਵਾਲ, ਆਮਲੂ, ਕੁੱਲਰ ਖਲਿਆੜ, ਅਕਾਲਗੜ੍ਹ, ਬਰਾੜਾ ਆਦਿ। ਨਿਸ਼ਾਨਾ ਵਾਲੀ ਮਿਸਲ ਅੰਬਾਲਾ, ਬੋਹਾ, ਬਾਬਿਆਲ, ਪੰਜੋਖਰਾ, ਥਿੜਵਾ, ਸ਼ਾਹਾਬਾਦ, ਲਿੱਦੜਾ, ਸਰਾਏ, ਲਸ਼ਕਰੀ ਖਾਂ, ਸਿੰਘਾਂ ਵਾਲਾ, ਸਾਹਨੇਵਾਲ, ਦੁਰਾਹਾ, ਸੌਂਤੀ, ਜੀਰਾ, ਲੁੱਦੜ, ਖੇੜੀ, ਇਸਮਾਈਲਾਬਾਦ, ਮਨਸੂਰਵਾਲ ਆਦਿ। ਮਿਸਲ ਆਲੂ ਵਾਲੀਆ ਨਾਰਾਇਣਗੜ੍ਹ, ਪੜੌਗ, ਬਰਵਾਲੀਆਂ, ਜਗਰਾਉਂ, ਫਤਿਹਗੜ੍ਹ ਆਦਿ। ਮਿਸਲ ਸਿੰਘਪੁਰੀਆ ਅਬੋਹਰ, ਆਦਮਪੁਰ, ਛੱਤ, ਬਨੂੜ, ਮਨੌਲੀ, ਘਨੌਲੀ, ਭਰਤਗੜ੍ਹ, ਕੰਧੋਲਾ, ਚੁੰਨੀ, ਮਛਲੀ, ਭਰੇਲੀ ਆਦਿ। ਮਿਸਲ ਫੂਲਕਿਆਂ ਪਟਿਆਲਾ, ਸੂਲਰ, ਜੀਂਦ, ਸਫੈਦੋਂ, ਪਾਣੀਪਤ, ਕਰਨਾਲ, ਕੈਥਲ, ਨਾਭਾ, ਸਰਹੰਦ, ਨੀਲੂ ਖਗਰੀ, ਪਾਇਲ, ਬੱਸੀ, ਲਟਵਾਰਾ, ਈਸੜੂ, ਬਹਾਰਸੋਂ, ਅਮਲੋਹ, ਵੀਰੂ, ਭਾਗਣ, ਮਲੌਦ, ਰੋਹਤਕ ਆਦਿ। ਛੇਵਾਂ ਕਾਂਡ ਸਰਹੰਦ ਫਤਿਹ ਕਰਕੇ ਤਰਨਾ ਦਲ ਤਾਂ ਮਾਝੇ ਨੂੰ ਚਲਾ ਗਿਆ ਤੇ ਬੁੱਢਾ ਦਲ ਸਰਦਾਰ ਜੱਸਾ ਸਿੰਘ ਆਲੂ ਦੀ ਜਥੇਦਾਰੀ ਥੱਲੇ ਬੂੜੀਆਂ ਘਾਟ ਤੋਂ ਜਮਨਾ ਟੱਪ ਪਿਆ। ਸਰਦਾਰ ਜੱਸਾ ਸਿੰਘ ਆਲੂ, ਸਰਦਾਰ ਖੁਸ਼ਹਾਲ ਸਿੰਘ, ਸਰਦਾਰ ਬਘੇਲ ਸਿੰਘ, ਸਰਦਾਰ ਕਰੋੜਾ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਤਾਰਾ ਸਿੰਘ ਘੇਬਾ, ਸਰਦਾਰ ਗੁਰਬਖਸ਼ ਸਿੰਘ, ਸਰਦਾਰ ਭੰਗਾ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਰਾਏ ਸਿੰਘ ਆਦਿ ਦੀ ਸਰਦਾਰੀ ਵਿੱਚ ਇਹ 40,000 ਸਿੰਘਾਂ ਦਾ ਜਥਾ ਸੀ। 20 ਫਰਵਰੀ 1764 ਈਸਵੀ ਨੂੰ ਸਿੰਘਾਂ ਨੇ ਸਹਾਰਨਪੁਰ ਜਾ ਲੁੱਟਿਆ। ਫਿਰ ਸ਼ਾਮਲੀ, ਕੰਧੇਲਾ, ਅੰਬਲੀ, ਮੀਰਾਂਪੁਰ, ਦੇਵਬੰਦ, ਮੁਜ਼ੱਫਰਨਗਰ, ਜਵਾਲਾਪੁਰ, ਕਨਖਲ, ਲੰਡੌਰਾ, ਨਜੀਬਾਬਾਦ, ਨਗੀਨਾ, ਮੁਰਾਦਾਬਾਦ, ਚੰਦੋਸੀ, ਅਨੂਪ ਸ਼ਹਿਰ, ਗੜ੍ਹ ਮੁਖਤੇਸ਼ਰ ਆਦਿ ਲੁੱਟੇ ਗਏ। ਇਸ ਬਾੜੇ ਦੇ ਸੈਦਾਂ ਦੇ ਇਲਾਕੇ ਵਿੱਚ ਲੱਖਾਂ ਰੁਪਏ ਦਾ ਮਾਲ ਸਿੰਘਾਂ ਲੁੱਟ ਲਿਆਂਦਾ। ਨਾਲ ਹੀ ਬਹੁਤ ਸਾਰੇ ਨਾਮਵਰ ਆਦਮੀ ਫੜ ਕੇ ਲਿਆਂਦੇ ਜੋ ਨਜ਼ਰਾਨੇ ਲੈ ਕੇ ਛੱਡੇ। ਇਹ ਇਲਾਕਾ ਨਜੀਬੂ ਦੌਲਾ ਦਾ ਸੀ। ਉਹ ਖਬਰ ਸੁਣ ਕੇ ਸਿੰਘਾਂ ਦੇ ਟਾਕਰੇ ਤੇ ਆਇਆ। ਕਿਤੇ ਕਿਤੇ ਮਾਮੂਲੀ ਝੜਪਾਂ ਹੋਈਆਂ। ਸਰਦਾਰ ਸ਼ਾਮ ਸਿੰਘ ਦਾ ਮੁਖਤਿਆਰ ਕਰੋੜਾ ਸਿੰਘ ਵੈਰੀ ਦੀ ਗੋਲੀ ਨਾਲ ਮਾਰਿਆ ਗਿਆ। ਸਿੰਘ ਵਾਪਸ ਫੇਰ ਸਰਹੰਦ ਆ ਬੈਠੇ ਤੇ ਲੱਗੇ ਗੁਰੂ ਮਾਰੀ ਦੀਆਂ ਨੀਹਾਂ ਪੁੱਟਣ। ਇੱਥੇ ਸਰਦਾਰ ਆਲਾ ਸਿੰਘ ਪਟਿਆਲਾ ਆਪਣੇ ਪੁੱਤਰੇ ਅਮਰ ਸਿੰਘ ਨੂੰ ਲੈ ਕੇ ਹਾਜ਼ਰ ਹੋਇਆ। ਸਰਦਾਰ ਜੱਸਾ ਸਿੰਘ ਆਲੂ ਕੋਲੋਂ ਅਮਰ ਸਿੰਘ ਨੇ ਅੰਮ੍ਰਿਤ ਛਕਿਆ। ਇਸ ਖੁਸ਼ੀ ਵਿੱਚ ਸਰਦਾਰ ਆਲਾ ਸਿੰਘ ਨੇ ਈਸੜੂ ਦਾ ਪਰਗਣਾ ਸਰਦਾਰ ਜੱਸਾ ਸਿੰਘ ਦੀ ਭੇਟਾ ਕੀਤਾ। ਤਰਨਾ ਦਲ ਸਰਹੰਦ ਫਤਿਹ ਕਰਕੇ ਦੁਆਬਾ ਜਲੰਧਰ ਵਿੱਚ ਆ ਵੜਿਆ। ਇਲਾਕੇ ਦਾ ਹਾਕਮ ਨੱਸ ਗਿਆ ਤੇ ਸਿੰਘਾਂ ਨੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਇੱਥੋਂ ਸਿੱਧੇ ਚੱਲ ਕੇ ਤਰਨਾ ਦਲ ਨੇ ਲਾਹੌਰ ਨੂੰ ਜਾ ਘੇਰਾ ਪਾਇਆ। ਲਾਹੌਰ ਦਾ ਸਾਰਾ ਉਦਾਲਾ ਸਿੰਘਾਂ ਨੇ ਲੁੱਟ ਲਿਆ, ਪਰ ਸੂਬੇਦਾਰ ਕਾਬਲੀ ਮਲ ਸ਼ਹਿਰੋਂ ਬਾਹਰ ਨਾ ਨਿਕਲਿਆ। ਸਗੋਂ ਉਸਨੇ ਸ਼ਹਿਰ ਦੇ ਦਰਵਾਜ਼ੇ ਇੱਟਾਂ ਨਾਲ ਬੰਦ ਕਰ ਦਿੱਤੇ। ਸਿੰਘਾਂ ਨੇ ਕਾਬਲੀ ਮਲ ਅੱਗੇ 3 ਸ਼ਰਤਾਂ ਰੱਖੀਆਂ। ਸ਼ਹਿਰ ਦੇ ਸਾਰੇ ਬੁੱਚੜ ਸਾਡੇ ਹਵਾਲੇ ਕਰੋ, ਅੱਗੇ ਵਾਸਤੇ ਗਊ ਹੱਤਿਆ ਬੰਦ ਕਰੋ, ਪੰਥ ਨੂੰ ਨਜ਼ਰਾਨਾ ਦਿਓ। ਕਾਬਲੀ ਮਲ ਨਾ ਮੰਨਿਆ ਤਾਂ ਸਿੰਘ ਦਿੱਲੀ ਦਰਵਾਜ਼ਾ ਤੋੜ ਕੇ ਅੰਦਰ ਜਾ ਵੜੇ ਤੇ ਸ਼ਹਿਰ ਦਾ
ਉਹ ਹਿੱਸਾ ਲੁੱਟ ਲਿਆ। ਕਾਬਲੀ ਮਲ ਨੇ ਡਰ ਕੇ ਸਿੱਖਾਂ ਦੀਆਂ ਤਿੰਨੇ ਸ਼ਰਤਾਂ ਮੰਨ ਲਈਆਂ ਤੇ ਸੁਲ੍ਹਾ ਕਰ ਲਈ। ਉਹਨੇ ਕੁਝ ਬੁੱਚੜ ਸਿੰਘਾਂ ਦੇ ਹਵਾਲੇ ਕਰ ਦਿੱਤੇ ਤੇ ਨਜ਼ਰਾਨਾ ਤਾਰ ਦਿੱਤਾ। ਤਰਨਾ ਦਲ ਦੇ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਨੇ ਆਪਣਾ ਨੁਮਾਇੰਦਾ ਟੇਕ ਚੰਦ ਲਾਹੌਰ ਦਰਬਾਰ ਵਿੱਚ ਨੀਅਤ ਕਰ ਦਿੱਤਾ, ਜੋ ਸਰਕਾਰੋਂ 10 ਰੁਪਏ ਰੋਜ਼ ਲੈਂਦਾ ਤੇ ਕਾਬਲੀ ਮਲ ਨੂੰ ਹਰ ਕੰਮ ਵਿੱਚ ਸਲਾਹ ਦਿੰਦਾ। ਇਹ ਪ੍ਰਬੰਧ ਕਰਕੇ ਸਿੱਖਾਂ ਨੇ ਲਾਹੌਰ ਦਾ ਘੇਰਾ ਉਠਾ ਲਿਆ। ਇਸ ਸਮੇਂ ਸਰਦਾਰ ਸ਼ੋਭਾ ਸਿੰਘ ਨੇ ਪਰਗਣਾ ਨਿਆਜ਼ ਬੇਗ ਮੱਲ ਲਿਆ। ਉਹ ਉਸ ਪਾਸਿਓਂ ਆਉਣ ਵਾਲਾ ਮਾਲ ਲੁੱਟ ਲੈਂਦਾ। ਕਾਬਲੀ ਮਲ ਨੇ ਪ੍ਰਵਾਨ ਕਰ ਲਿਆ ਕਿ ਸਰਦਾਰ ਸ਼ੋਭਾ ਸਿੰਘ ਮਾਲ ਨਾ ਲੁੱਟੇ ਤੇ ਸ਼ਾਹ ਆਲਮੀ ਦਰਵਾਜ਼ੇ ਅੱਗੇ ਆਪਣਾ ਨੁਮਾਇੰਦਾ ਬਿਠਾ ਕੇ ਮਸੂਲ ਲੈ ਲਵੇ। ਇਹ ਸਾਰੀਆਂ ਖਬਰਾਂ ਅਹਿਮਦ ਸ਼ਾਹ ਅਬਦਾਲੀ ਨੂੰ ਪੁੱਜੀਆਂ ਤਾਂ ਉਹ ਪੰਜਾਬ ਵੱਲ ਫੇਰ ਤਿਆਰ ਹੋ ਪਿਆ। ਉਹਨੇ ਆਪਣੇ ਜਰਨੈਲ ਜਹਾਨ ਖਾਨ ਨੂੰ ਅੱਗੇ ਤੋਰਿਆ। ਜਹਾਨ ਖਾਨ ਸਿਆਲਕੋਟ ਪੁੱਜਾ ਤਾਂ ਸਿੰਘਾਂ ਨੇ ਉਸ ਨੂੰ ਘੇਰਾ ਪਾ ਲਿਆ। ਲੜਾਈ ਵਿੱਚ ਜਹਾਨ ਖਾਨ ਦਾ ਘੋੜਾ ਗੋਲੀ ਨਾਲ ਮਰ ਗਿਆ ਤੇ ਸਣੇ ਅਸਵਾਰ ਭੋਏ ਤੇ ਡਿੱਗ ਪਿਆ। ਸਿੰਘਾਂ ਸਮਝਿਆ ਕਿ ਜਹਾਨ ਖਾਨ ਮਰ ਗਿਆ ਹੈ, ਸੋ ਉਹ ਜੈਕਾਰੇ ਛੱਡਦੇ ਤਲਵਾਰਾਂ ਧੂ ਕੇ ਵੈਰੀ ਉੱਤੇ ਟੁੱਟ ਪਏ। ਜਹਾਨ ਖਾਨ ਤਾਂ ਜਾਨ ਬਚਾ ਕੇ ਪਿਸ਼ਾਵਰ ਨੂੰ ਨੱਸ ਗਿਆ, ਪਰ ਉਹਦੀ ਬਹੁਤ ਸਾਰੀ ਫੌਜ ਸਿੰਘਾਂ ਦੀ ਤਲਵਾਰ ਭੇਟਾ ਹੋ ਗਈ। ਸਿੰਘਾਂ ਨੇ ਵੈਰੀ ਦਾ ਡੇਰਾ ਲੁੱਟ ਲਿਆ। ਅਬਦਾਲੀ ਦੀ ਚੜ੍ਹਾਈ ਦੀ ਖਬਰ ਮਿਲ ਗਈ ਸੀ, ਸੋ ਸਿੰਘਾਂ ਨੇ ਆਪਣੇ ਪਰਿਵਾਰ ਜੰਮੂ ਭੇਜ ਦਿੱਤੇ ਤੇ ਆਪ ਵੈਰੀ ਦੇ ਟਾਕਰੇ ਲਈ ਤਿਆਰ ਹੋ ਪਏ। ਜਹਾਨ ਖਾਨ ਹਾਰ ਕੇ ਮੁੜਿਆ ਵੇਖ ਕੇ ਅਬਦਾਲੀ ਨੂੰ ਅੱਗ ਲੱਗ ਉੱਠੀ। ਉਹ ਸਿਆਲਕੋਟ ਪਸਰੂਰ ਦੇ ਰਾਹ ਸਿੱਧਾ ਚੱਲ ਕੇ ਕਲਾਨੌਰ ਜਾ ਪਹੁੰਚਾ। ਉੱਥੋਂ ਅੱਗੇ ਵਧਿਆ ਤਾਂ ਦੀਨਾਨਗਰ ਕੋਲ ਸਿੱਖਾਂ ਨੇ ਉਸ ਉੱਤੇ ਹਮਲਾ ਕੀਤਾ। ਸਿੱਖ ਇੰਨੇ ਦਲੇਰ ਹੋ ਚੁੱਕੇ ਸਨ ਕਿ ਹੁਣ ਉਹ ਬਦੋ-ਬਦੀ ਅਬਦਾਲੀ ਨਾਲ ਖਹਿਣ ਦਾ ਸਮਾਂ ਭਾਲਦੇ ਸਨ। ਇੱਥੋਂ ਅਬਦਾਲੀ ਲਾਹੌਰ ਨੂੰ ਹੋ ਤੁਰਿਆ। ਬਟਾਲੇ ਕੋਲ ਉਸ ਨੂੰ ਸਰ ਬੁਲੰਦ ਖਾਂ 8000 ਫੌਜ ਸਣੇ ਆ ਮਿਲਿਆ। ਇੱਥੇ ਸਿੱਖਾਂ ਨੇ ਫੇਰ ਅਬਦਾਲੀ ਤੇ ਹਮਲਾ ਕੀਤਾ। ਲੜਾਈ ਵਿੱਚ ਸਰ ਬੁਲੰਦ ਖਾਂ ਜ਼ਖਮੀ ਹੋ ਗਿਆ ਤੇ ਅਬਦਾਲੀ ਪੂਰੀ ਤਰ੍ਹਾਂ ਹਾਰ ਕੇ ਜੰਡਿਆਲੇ ਆਕਲਦਾਸ ਕੋਲ ਜਾ ਲੁਕਿਆ। ਇਹ ਘਟਨਾ ਮਾਰਚ 1764 ਈਸਵੀ ਵਿੱਚ ਹੋਈ। ਖਾਲਸੇ ਨੇ ਜੰਡਿਆਲੇ ਕੋਲ ਅਬਦਾਲੀ ਦੀ ਫੌਜ ਉੱਤੇ ਹਮਲਾ ਕੀਤਾ। ਲੜਾਈ ਵਿੱਚ ਰਹੀਮ ਖਾਂ ਬਖਸ਼ੀ ਮਾਰਿਆ ਗਿਆ ਤੇ ਦੁਰਾਨੀ ਫੌਜ ਹਾਰ ਕੇ ਕਿਲੇ ਜੰਡਿਆਲੇ ਵਿੱਚ ਜਾ ਵੜੀ। ਜੰਡਿਆਲੇ ਵਿੱਚ ਖਾਲਸੇ ਨੇ ਅਬਦਾਲੀ ਨੂੰ ਟਿਕਣ ਨਾ ਦਿੱਤਾ। ਉਹ ਡਰਦਾ ਉੱਥੋਂ ਉੱਠ ਕੇ ਲਾਹੌਰ ਕਿਲੇ ਵਿੱਚ ਜਾ ਲੁਕਿਆ। ਸਿੱਖ ਇੱਥੇ ਵੀ ਦੁਰਾਨੀ ਬਾਦਸ਼ਾਹ ਨੂੰ ਆ ਧਮਕਾਉਣ ਲੱਗੇ। ਉਹ ਜਥੇ ਬਣਾ ਕੇ ਲਾਹੌਰ ਦੇ ਬਾਹਰ ਫਿਰਦੇ ਤੇ ਕਿਸੇ ਦੁਰਾਨੀ ਨੂੰ ਸ਼ਹਿਰੋਂ ਬਾਹਰ ਨਾ ਨਿਕਲਣ ਦਿੰਦੇ। 2 ਸਤਵਾਰੇ ਲਾਹੌਰ ਵਿੱਚ ਰਹਿ ਕੇ ਅਬਦਾਲੀ ਵਾਪਸ ਕਾਬਲ ਨੂੰ ਤੁਰ ਪਿਆ। ਜਦੋਂ ਰਾਵੀ ਟੱਪ ਰਿਹਾ ਸੀ, ਸਿੰਘਾਂ ਨੇ ਉਸ ਦੀ ਫੌਜ ਉੱਤੇ ਹਮਲਾ ਕੀਤਾ। ਸਿੱਖ ਦੁਰਾਨੀ ਫੌਜ ਨੂੰ ਲੁੱਟ ਮਾਰ ਰਹੇ ਸਨ ਤੇ ਅਬਦਾਲੀ ਸਾਹਮਣੇ ਖਲੋਤਾ ਵੇਖ ਰਿਹਾ ਸੀ। ਜਿੰਨੀ ਕੁ ਫੌਜ ਰੱਬ ਕਰਾਏ ਦੀ ਬਚੀ, ਅਬਦਾਲੀ ਉਹਾ ਲੈ ਕੇ ਕਾਬਲ ਨੂੰ ਚੱਲਦਾ ਬਣਿਆ। ਇਹ ਉਹਾ ਅਬਦਾਲੀ ਹੈ ਜੋ ਪਿਛਲੇ ਹਮਲੇ ਵਿੱਚ ਕਹਿੰਦਾ ਸੀ ਕਿ ਮੈਂ ਹਿੰਦ ਵਿੱਚੋਂ ਸਿੱਖਾਂ ਦਾ ਖਾਤਮਾ ਕਰ ਚੱਲਿਆ ਹਾਂ, ਜਿਸ ਨੇ ਪਿਛਲੇਰੇ ਸਾਲ ਮਰਹੱਟਿਆਂ ਨੂੰ ਹਰਾਇਆ ਸੀ। ਅੱਜ ਉਹਾ ਅਬਦਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਤੋਂ ਡਰਦਾ ਘਰ ਨੂੰ ਭੱਜਿਆ ਜਾ ਰਿਹਾ ਸੀ। ਇਹ ਉਹਦਾ 7ਵਾਂ ਹਮਲਾ ਸੀ। ਸਰਦਾਰ ਹਰੀ ਸਿੰਘ ਭੰਗੀ ਦਾ ਜਥਾ ਲਾਹੌਰ ਉਦਾਲਿਆ ਹੋਇਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਅਬਦਾਲੀ ਦੇ ਮਗਰ ਲੱਗ ਪਿਆ। ਇਸ ਵਾਰ ਅਬਦਾਲੀ ਆਪਣੀ ਫੌਜ ਦੇ ਅੱਗੇ ਜਾ ਰਿਹਾ ਸੀ ਤੇ ਉਸ ਦੀ ਫੌਜ ਦੇ ਪਿਛਲੇ ਹਿੱਸੇ ਉੱਤੇ ਸਰਦਾਰ ਚੜ੍ਹਤ ਸਿੰਘ ਛਾਪੇ ਮਾਰਦਾ ਜਾਂਦਾ ਸੀ। ਇਹ ਖੇਡ ਜੇਹਲਮ ਦੇ ਕੰਢਿਆਂ ਤੱਕ ਹੁੰਦੀ ਗਈ। ਅਬਦਾਲੀ ਕਾਬਲ ਚਲਾ ਗਿਆ ਤੇ ਚੜ੍ਹਤ ਸਿੰਘ ਨੇ ਕਿਲਾ ਰੋਹਤਾਸ ਨੂੰ ਘੇਰਾ ਪਾ ਲਿਆ।
ਉਥੋਂ ਦਾ ਦੁਰਾਨੀ ਹਾਕਮ ਸਰਫਰਾਜ਼ ਖਾਂ ਕਿਲੇ ਵਿੱਚੋਂ ਗੋਲੇ ਬਣਾਉਣ ਲੱਗ ਪਿਆ। ਸਰਦਾਰ ਚੜ੍ਹਤ ਸਿੰਘ ਇਸ ਤਰ੍ਹਾਂ ਆਪਣੀ ਫੌਜ ਦਾ ਨੁਕਸਾਨ ਹੁੰਦਾ ਵੇਖ ਕੇ ਘੇਰਾ ਉਠਾ ਕੇ ਤੁਰ ਪਿਆ। ਸਰਫਰਾਜ਼ ਖਾਂ ਸਿੰਘਾਂ ਦੀ ਇਸ ਚਾਲ ਵਿੱਚ ਆ ਗਿਆ। ਉਹਨੇ ਕਿਲਿਓਂ ਬਾਹਰ ਨਿਕਲ ਕੇ ਸਿੰਘਾਂ ਦਾ ਪਿੱਛਾ ਕੀਤਾ। ਜਦੋਂ ਕਿਲਿਓਂ ਦੂਰ ਬਾਹਰ ਗਿਆ ਤਾਂ ਸਰਦਾਰ ਚੜ੍ਹਤ ਸਿੰਘ ਨੇ ਪਿੱਛੇ ਪਰਤ ਕੇ ਧਾਵਾ ਬੋਲ ਦਿੱਤਾ। ਸਰਫਰਾਜ਼ ਖਾਂ ਪੂਰੀ ਤਰ੍ਹਾਂ ਹਾਰ ਗਿਆ। ਸਰਦਾਰ ਚੜ੍ਹਤ ਸਿੰਘ ਨੇ ਉਸ ਨੂੰ ਸਣੇ ਹਾਰੇ ਹੋਏ ਸਿਪਾਹੀਆਂ ਚਲੇ ਜਾਣ ਦੀ ਆਗਿਆ ਦਿੱਤੀ ਤੇ ਆਪ ਕਿਲਾ ਰੋਹਤਾਸ ਉੱਤੇ ਕਬਜ਼ਾ ਕਰ ਲਿਆ। ਜਦ ਅਬਦਾਲੀ ਆਇਆ ਸੀ, ਉਹਨੇ ਕਸ਼ਮੀਰ ਦੇ ਸੂਬੇਦਾਰ ਸਰਬੁਲੰਦ ਖਾਂ ਨੂੰ ਮਦਦ ਵਾਸਤੇ ਬੁਲਾਇਆ ਸੀ। ਅਬਦਾਲੀ ਹਾਰ ਕੇ ਮੁੜ ਗਿਆ ਤਾਂ ਸਰਬੁਲੰਦ ਖਾਂ ਨੇ ਵੀ 12,000 ਫੌਜ ਸਣੇ ਆ ਸਿਰ ਕੱਢਿਆ। ਸਰਦਾਰ ਚੜ੍ਹਤ ਸਿੰਘ ਨੇ ਰੋਹਤਾਸ ਤੋਂ ਉੱਠ ਕੇ ਉਸ ਉੱਤੇ ਹਮਲਾ ਕੀਤਾ। ਇਸ ਲੜਾਈ ਵਿੱਚ ਵੀ ਦੁਰਾਨੀ ਹਾਰ ਗਏ। ਸਰਬੁਲੰਦ ਖਾਂ ਫੜਿਆ ਗਿਆ। ਉਹਦੀ ਬਹੁਤ ਸਾਰੀ ਫੌਜ ਮਾਰੀ ਗਈ। ਉਸ ਨੂੰ ਰੋਹਤਾਸ ਦੇ ਕਿਲੇ ਵਿੱਚ ਕੁਝ ਦਿਨ ਕੈਦ ਰੱਖਿਆ ਗਿਆ ਤੇ ਫਿਰ ਰਿਹਾ ਕਰਕੇ ਕਾਬਲ ਨੂੰ ਤੋਰ ਦਿੱਤਾ। ਦਰਿਆ ਅਟਕ ਤੇ ਜੇਹਲਮ ਦਾ ਵਿਚਲਾ ਸਾਰਾ ਇਲਾਕਾ ਧੰਨੀ, ਪੋਠੋਹਾਰ, ਚੱਕਵਾਲ, ਜਲਾਲਪੁਰ, ਸੈਯਦਪੁਰ, ਪਿੰਡ ਦਾਦਨ ਖਾਂ, ਮਿਆਣੀ, ਲੂਣ ਦੀ ਖਾਨ ਸਰਦਾਰ ਚੜ੍ਹਤ ਸਿੰਘ ਨੇ ਮੱਲ ਲਿਆ। ਉਹਨੇ ਆਪਣੇ ਵੱਲੋਂ ਸਰਦਾਰ ਬੁੱਧ ਸਿੰਘ ਤੇ ਕੌਰ ਸਿੰਘ ਉਸ ਇਲਾਕੇ ਦੇ ਫੌਜਦਾਰ ਥਾਪੇ। ਅਪ੍ਰੈਲ 1764 ਈਸਵੀ ਵਿੱਚ ਭੰਗੀ ਤੇ ਨਕਈ ਅਬਦਾਲੀ ਦਾ ਪਿੱਛਾ ਛੱਡ ਕੇ ਲਾਹੌਰ ਵੱਲ ਮੁੜ ਪਏ ਸਨ। ਸਰਦਾਰ ਹੀਰਾ ਸਿੰਘ ਨਕਈ ਨੇ ਇਲਾਕਾ ਨੱਕਾ ਤੇ ਲੰਮਾ ਮੱਲ ਲਿਆ। ਸਰਦਾਰ ਹਰੀ ਸਿੰਘ ਭੰਗੀ ਨੇ ਮੁਲਤਾਨ ਮੱਲਿਆ। ਇੱਥੇ ਹੀ ਬਸ ਨਹੀਂ, ਭੰਗੀਆਂ ਨੇ ਦਰਿਆ ਅਟਕ ਟੱਪ ਕੇ ਡੇਰਾ ਜਾਤ ਵੀ ਜਾ ਲੁੱਟੇ। ਉਧਰੋਂ ਮੁੜ ਕੇ ਭੰਗੀ ਮਿਸਲ ਨੇ ਝੰਗ ਉੱਤੇ ਹਮਲਾ ਕੀਤਾ। ਸਿਆਲ ਲੜ ਕੇ ਹਾਰ ਗਏ। ਸਰਦਾਰ ਝੰਡਾ ਸਿੰਘ ਭੰਗੀ ਨੇ ਝੰਗ, ਖੁਸ਼ਾਬ, ਚਨਿਓਟ ਆਦਿ ਮੰਨ ਲਏ ਤੇ ਆਪਣੇ ਵੱਲੋਂ ਇਲਾਕੇ ਦਾ ਫੌਜਦਾਰ ਸਰਦਾਰ ਕਰਮ ਸਿੰਘ ਦੁੱਲੂ ਨੂੰ ਬਣਾਇਆ। ਇਹ ਸਭ ਕੁਝ 3 ਕੁ ਮਹੀਨਿਆਂ ਵਿੱਚ ਹੋ ਗਿਆ। ਗੁਰਦਾਸਪੁਰ ਤੇ ਪਸਰੂਰ ਦਾ ਇਲਾਕਾ ਕਨਈਆਂ ਦੇ ਕਬਜ਼ੇ ਵਿੱਚ ਕਰਕੇ ਆਪਣੇ ਠਾਣੇ ਬਿਠਾ ਦਿੱਤੇ। ਪਰਗਣਾ, ਹਰਗੋਬਿੰਦਪੁਰਾ, ਦਰਿਆ ਬਿਆਸ ਦੇ ਦੋਹੀਂ ਪਾਸੀਂ ਰਾਮਗੜੀਆ ਮਿਸਲ ਨੇ ਮੁਲਕ ਮੱਲ ਲਿਆ। ਦੁਆਬਾ, ਜਲੰਧਰ, ਡੱਲੇਵਾਲੀ ਤੇ ਆਲੂਵਾਲੀ ਮਿਸਲਾਂ ਨੇ ਕਾਬੂ ਕਰ ਲਿਆ। ਸ਼ਹਿਰ ਲਾਹੌਰ ਤੇ ਜਲੰਧਰ ਛੱਡ ਕੇ ਦਰਿਆ ਅਟਕ ਤੇ ਜਮਨਾ ਦੇ ਵਿਚਲਾ ਸਾਰਾ ਮੁਲਕ ਇਸ ਵੇਲੇ ਸਿੰਘਾਂ ਦੇ ਕਾਬੂ ਆ ਗਿਆ ਸੀ। 25 ਦਸੰਬਰ 1763 ਈਸਵੀ ਨੂੰ ਨਜੀਬੂਦੌਲਾ ਨੇ ਇੱਕ ਲੜਾਈ ਵਿੱਚ ਭਰਤਪੁਰ ਦੇ ਜਾਟ ਰਾਜਾ ਸੂਰਜਮਲ ਨੂੰ ਕਤਲ ਕਰ ਦਿੱਤਾ ਸੀ। ਉਸ ਦੇ ਪੁੱਤਰ ਜਵਾਰਮਲ ਨੇ ਬਦਲਾ ਲੈਣ ਵਾਸਤੇ ਤਿਆਰੀ ਕੀਤੀ ਤੇ ਮਰਹੱਟਿਆਂ ਨੂੰ ਮਦਦ ਲੈਣ ਵਾਸਤੇ ਬੁਲਾ ਲਿਆ। ਨਵੰਬਰ 1764 ਈਸਵੀ ਵਿੱਚ ਜਵਾਹਰਮਲ ਨੇ ਨਜੀਬੂਦੌਲਾ ਨੂੰ ਦਿੱਲੀ ਵਿੱਚ ਘੇਰ ਲਿਆ। ਇਧਰੋਂ ਬੁੱਢਾ ਦਲ ਵੀ ਸਰਦਾਰ ਜੱਸਾ ਸਿੰਘ ਆਲੂ ਦੀ ਜਥੇਦਾਰੀ ਹੇਠ ਬੂੜੀਆ ਘਾਟ ਤੋਂ ਜਮਨਾ ਟੱਪ ਪਿਆ। ਉਹਨਾਂ ਨਜੀਬੂਦੌਲਾ ਦੇ ਇਲਾਕੇ ਵਿੱਚ ਲੁੱਟ ਮਾਰ ਮਚਾ ਦਿੱਤੀ। ਹਾਫਿਜ਼ ਰਹਿਮਤ ਖਾਂ 6,000 ਫੌਜ ਸਣੇ ਟਾਕਰੇ ਤੇ ਆਇਆ, ਪਰ ਹਾਰ ਕੇ ਨੱਸ ਗਿਆ। ਸਿੱਖਾਂ ਨੇ ਸਾਰਾ ਇਲਾਕਾ ਲੁੱਟ ਲਿਆ। ਮਹੀਨਾ, 1.5 ਮਹੀਨਾ ਦਿੱਲੀ ਦੇ ਘੇਰੇ ਨੂੰ ਹੋ ਗਿਆ, ਪਰ ਲੜਾਈ ਦਾ ਫੈਸਲਾ ਕੋਈ ਨਾ ਹੋਇਆ। ਸ਼ੁਰੂ ਜਨਵਰੀ ਵਿੱਚ ਜਵਾਹਰਮਲ ਬੁੱਢੇ ਦਲ ਦੀ ਸ਼ਰਨ ਵਿੱਚ ਆਇਆ ਤੇ ਨਜ਼ਰਾਨਾ ਭੇਟ ਕੀਤਾ। ਬੁੱਢਾ ਦਲ ਉਸ ਦੀ ਮਦਦ ਵਾਸਤੇ ਚੜ ਪਿਆ। ਜਵਾਹਰਮਲ ਨੇ ਸਿੰਘਾਂ ਦਾ ਡੇਰਾ ਸਬਜ਼ੀ ਮੰਡੀ ਕਰਾਇਆ। 25 ਜਨਵਰੀ 1764
65 ਈਸਵੀ ਨੂੰ ਨਜੀਬੁਦੌਲਾ ਨੇ ਬਾਹਰ ਨਿਕਲ ਕੇ ਸਿੰਘਾਂ ਦੇ ਡੇਰੇ ਉੱਤੇ ਹਮਲਾ ਕੀਤਾ। ਬੜੀ ਸਖਤ ਲੜਾਈ ਹੋਈ ਤੇ ਦੋਹਾਂ ਧਿਰਾਂ ਦੇ ਕਈ ਜਵਾਨ ਮਾਰੇ ਗਏ। ਨਜੀਬੁਦੌਲਾ ਫੇਰ ਸ਼ਹਿਰ ਵਿੱਚ ਜਾ ਵੜਿਆ। ਨਜੀਬੁਦੌਲਾ ਨੇ ਅਬਦਾਲੀ ਨੂੰ ਮਦਦ ਵਾਸਤੇ ਬੁਲਾ ਘੱਲਿਆ ਸੀ, ਪਰ ਉਹਦੇ ਆਉਣ ਵਿੱਚ ਦੇਰੀ ਹੋ ਗਈ। ਇੱਧਰ ਮਰਾਠਿਆਂ, ਸਿੱਖਾਂ ਤੇ ਜਾਟਾਂ ਨੇ ਜ਼ੋਰ ਪਾਇਆ ਤਾਂ ਨਜੀਬੁਦੌਲਾ ਨੇ ਜਵਾਹਰ ਮੱਲ ਨਾਲ ਸੁਲ੍ਹਾ ਕਰ ਲਈ। ਸੁਲ੍ਹਾ ਦੀ ਸਭ ਤੋਂ ਵੱਡੀ ਸ਼ਰਤ ਇਹ ਸੀ ਕਿ ਨਜੀਬੁਦੌਲਾ ਨੇ ਲੱਖਾਂ ਰੁਪਏ ਦੇ ਦਾਜ ਸਣੇ ਆਪਣੀ ਲੜਕੀ ਦਾ ਡੋਲਾ ਜਵਾਹਰ ਮੱਲ ਨੂੰ ਦਿੱਤਾ। ਮਗਰਲੇ ਨੇ 2 ਲੱਖ ਨਜ਼ਰਾਨਾ ਦੇ ਕੇ ਸਿੱਖਾਂ ਨੂੰ ਵਿਦਿਆ ਕੀਤਾ। ਇਸ ਵੇਲੇ ਤੱਕ ਅਬਦਾਲੀ ਪੰਜਾਬ ਦੀ ਹੱਦ ਅੰਦਰ ਆ ਵੜਿਆ ਸੀ। ਸਿੰਘ ਉਸ ਦੇ ਟਾਕਰੇ ਵਾਸਤੇ ਮਾਝੇ ਨੂੰ ਆ ਗਏ। ਪੰਜਾਬ ਉੱਤੇ ਸਿੱਖਾਂ ਦੇ ਕਬਜ਼ੇ ਦੀਆਂ ਖਬਰਾਂ ਗਈਆਂ ਤੇ ਨਜੀਬੁਦੌਲਾ ਦਾ ਦੂਤ ਮਦਦ ਵਾਸਤੇ ਪੁੱਜਾ ਤਾਂ ਅਬਦਾਲੀ ਅਖੀਰ 1764 ਈਸਵੀ ਵਿੱਚ ਪੰਜਾਬ ਉੱਤੇ ਚੜ੍ਹ ਆਇਆ। ਉਹ ਏਮਨਾਬਾਦ ਤੋਂ ਅਗਾਂਹ ਲੰਘਿਆ ਤਾਂ ਨਾਸਰ ਖਾਂ ਬਲੋਚ ਸਣੇ ਫੌਜ ਉਹਨੂੰ ਆ ਮਿਲਿਆ। ਉਸ ਦੇ ਨਾਲ ਜੰਗਨਾਮਾ ਦਾ ਕਰਤਾ ਕਾਜ਼ੀ ਨੂਰ ਮੁਹੰਮਦ ਵੀ ਸੀ। ਉਹ ਦਸੰਬਰ ਵਿੱਚ ਲਾਹੌਰ ਪੁੱਜੇ। ਸਿੱਖ ਉਸ ਦੇ ਆਉਣ ਤੋਂ ਪਹਿਲਾਂ ਹੀ ਜੰਗਲਾਂ ਨੂੰ ਨੱਸ ਗਏ ਸਨ। ਅਬਦਾਲੀ ਦਾ ਸਮਾਨ ਖੁਰਾਕ ਦਾ ਡੇਰਾ ਸ਼ਹਿਰੋਂ ਬਾਹਰ ਸੀ, ਜਿਸ ਦੀ ਰਾਖੀ ਅਹਿਮਦ ਖਾਂ ਤੇ ਗੋਹਰਾਮ ਖਾਂ ਕਰ ਰਹੇ ਸਨ। ਸਿੱਖਾਂ ਦੇ ਇੱਕ ਜਥੇ ਨੇ ਹਮਲਾ ਕਰਕੇ ਅਹਿਮਦ ਖਾਂ ਨੂੰ ਕਤਲ ਕਰ ਦਿੱਤਾ ਤੇ ਬਹੁਤ ਸਾਰਾ ਸਮਾਨ ਲੁੱਟਿਆ। ਖਬਰ ਪਾ ਕੇ ਨਾਸਰ ਖਾਂ ਬਲੋਚ ਵੀ ਆ ਪੁੱਜਾ, ਜੋ ਸਰਦਾਰ ਚੜ੍ਹਤ ਸਿੰਘ ਦੀ ਜਥੇ ਨਾਲ ਸਾਰਾ ਦਿਨ ਲੜਦਾ ਰਿਹਾ। ਰਾਤ ਪਈ ਤਾਂ ਸਿੰਘ ਜੰਗਲਾਂ ਨੂੰ ਚਲੇ ਗਏ ਤੇ ਨਾਸਰ ਖਾਂ ਵਾਪਸ ਮੁੜ ਗਿਆ। ਡੇਰਾ ਲਾਹੌਰ ਛੱਡ ਕੇ ਅਬਦਾਲੀ ਨੇ ਅੰਮ੍ਰਿਤਸਰ ਤੇ ਧਾਵਾ ਕੀਤਾ। ਉਸ ਦੇ ਆਉਣ ਤੋਂ ਪਹਿਲਾਂ ਹੀ ਸਿੱਖ ਉੱਥੋਂ ਚਲੇ ਗਏ ਸਨ। ਕਿਲ੍ਹਾ ਰਾਮਗੜ੍ਹ ਵਿੱਚ ਕੇਵਲ 30 ਸਿੰਘ ਰਹਿ ਗਏ ਸਨ। ਜਦ ਦੁਰਾਨੀ ਫੌਜਾਂ ਨੇੜੇ ਪੁੱਜੀਆਂ, ਉਹਨਾਂ ਤੀਹਾਂ ਨੇ ਸਤਿ ਸ੍ਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਛੱਡ ਕੇ ਵੈਰੀ ਉੱਤੇ ਧਾਵਾ ਬੋਲ ਦਿੱਤਾ। ਕਿੰਨੀ ਨਿਡਰਤਾ ਤੇ ਦਲੇਰੀ ਸੀ ਉਹਨਾਂ ਸੂਰਮਿਆਂ ਵਿੱਚ, ਜੋ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਹਜ਼ਾਰਾਂ ਵੈਰੀਆਂ ਤੇ ਸਮੇਂ ਦੇ ਵੱਡੇ ਜਰਨੈਲ ਅਹਿਮਦ ਸ਼ਾਹ ਅਬਦਾਲੀ ਨਾਲ ਟਾਕਰਾ ਕਰਨ ਵਾਸਤੇ ਛਾਤੀਆਂ ਡਾਹ ਖੜੇ। ਉਹ 30 ਸਿੰਘ ਕਈਆਂ ਨੂੰ ਮਾਰ ਕੇ ਸ਼ਹੀਦ ਹੋਏ, ਪਰ ਵੈਰੀ ਦੇ ਦਿਲ ਉੱਤੇ ਸਿੱਖਾਂ ਦੀ ਬਹਾਦਰੀ ਦੀ ਮੋਹਰ ਲਾ ਗਏ। ਘੱਲੂਘਾਰੇ ਦਾ ਤਬਾਹ ਕੀਤਾ ਹੋਇਆ ਅੰਮ੍ਰਿਤਸਰ ਸਿੱਖਾਂ ਨੇ ਕੁਝ ਥੋੜਾ ਜਿਹਾ ਬਣਾਇਆ ਸੀ, ਜੋ ਅਬਦਾਲੀ ਨੇ ਦੁਬਾਰਾ ਤਬਾਹ ਕਰ ਦਿੱਤਾ ਤੇ ਵਾਪਸ ਲਾਹੌਰ ਆ ਗਿਆ। ਸਣੇ ਡੇਰੇ ਅਬਦਾਲੀ ਲਾਹੌਰੋਂ ਬਟਾਲੇ ਨੂੰ ਤੁਰਿਆ ਤੇ 15 ਦਿਨਾਂ ਵਿੱਚ 56 ਮੀਲ ਪੰਧ ਕਰਕੇ ਬਟਾਲੇ ਪੁੱਜਾ। ਉਸਨੇ ਫੌਜ ਨੂੰ ਹੁਕਮ ਦਿੱਤਾ ਕਿ ਇਹ ਮੁਲਕ ਕਾਫਰਾਂ ਦਾ ਹੈ, ਸੋ ਚੰਗੀ ਤਰ੍ਹਾਂ ਲੁੱਟੋ। ਹੁਕਮ ਦੀ ਦੇਰ ਸੀ, ਸਾਰਾ ਮੁਲਕ ਤਬਾਹ ਕਰ ਦਿੱਤਾ ਗਿਆ। ਪਿੰਡਾਂ ਦੇ ਲੋਕ ਘਰ ਘਾਟ ਛੱਡ ਕੇ ਪਹਾੜਾਂ ਨੂੰ ਨੱਸ ਗਏ। ਕੁਛ ਦਿਨ ਬਟਾਲੇ ਰਹਿ ਕੇ ਅਬਦਾਲੀ ਬਿਆਸ ਤੋਂ ਪਾਰ ਟੱਪਿਆ। ਉਹ ਦੁਬਾਰਾ ਜਲੰਧਰ ਵਿੱਚ ਵੜਿਆ ਹੀ ਸੀ ਜਾਂ ਉਸ ਦੀ ਹਰਾਵਲ ਫੌਜ ਉੱਤੇ ਸਿੰਘਾਂ ਆ ਹਮਲਾ ਕੀਤਾ। ਜਹਾਨ ਖਾਂ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਅੱਗੇ ਵਧਣ ਦੀ ਥਾਂ ਆਪਣੇ ਪੈਰਾਂ ਤੇ ਖਲੋਤਾ ਕੇਵਲ ਆਪਣਾ ਆਪ ਬਚਾਉਣ ਬਦਲੇ ਲੜਦਾ ਰਿਹਾ। ਨਾਸਰ ਖਾਂ ਬਲੋਚ ਵੀ ਉਸ ਦੀ ਮਦਦ ਵਾਸਤੇ ਪਹੁੰਚ ਗਿਆ, ਪਰ ਫਿਰ ਵੀ ਉਹ ਜਵਾਬੀ ਹਮਲਾ ਕਰਨ ਦੀ ਦਲੇਰੀ ਨਾ ਕਰ ਸਕੇ। ਸਾਰਾ ਦਿਨ ਲੜਾਈ ਹੁੰਦੀ ਰਹੀ। ਰਾਤ ਦੇ ਹਨੇਰੇ ਨੇ ਦੋਹਾਂ ਧਿਰਾਂ ਨੂੰ ਆਰਾਮ ਕਰਨ ਵਾਸਤੇ ਡੇਰਿਆਂ ਵਿੱਚ ਭੇਜ ਦਿੱਤਾ। ਸੋ ਸਰੋਤਿਓ, ਅੱਜ ਅਸੀਂ ਇੱਥੋਂ ਤੱਕ ਹੀ ਇਸ ਕਿਤਾਬ ਨੂੰ ਪੜ੍ਹਾਂਗੇ। ਅਗਲੇ ਦਿਨਾਂ ਦੇ ਵਿੱਚ ਕਿਤਾਬ ਨੂੰ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਕਿਤਾਬ ਦਾ ਨਾਮ ਹੈ ਜੀ ਸਿੱਖ ਰਾਜ ਕਿਵੇਂ ਬਣਿਆ ਤੇ ਲੇਖਕ ਨੇ ਗਿਆਨੀ ਸੋਹਣ ਸਿੰਘ ਸੀਤਲ। ਸੋ ਸਰੋਤਿਓ, ਤੁਸੀਂ ਆਪਣੇ ਸੁਝਾਅ ਜਾਂ ਸਵਾਲ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਇਨਬਾਕਸ ਦੇ ਵਿੱਚ ਭੇਜ ਸਕਦੇ ਹੋ ਜੀ। ਅਸੀਂ ਤੁਰੰਤ ਤੁਹਾਡੇ ਸਵਾਲ ਦਾ ਜਾਂ ਸੁਝਾਅ ਦਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ। ਮੈਨੂੰ ਜਾਣੀ ਜਰਨੈਲ ਸਿੰਘ ਚੱਕਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।